ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਹਮਾਯੂੰ ਦੇ ਤਖਤ 'ਤੇ ਉਸ ਦਾ ਪੁੱਤਰ ਅਕਬਰ ਬੈਠਾ ਹੋਇਆ ਸੀ। ਅਕਬਰ ਬਾਦਸ਼ਾਹ ਬੜਾ ਨੇਕ ਤੇ ਨਿਆਂਕਾਰੀ ਸੀ। ਉਹ ਸਦਾ ਭਲੇ ਪੁਰਸ਼ਾਂ ਦੀ ਸੰਗਤ ਢੂੰਡਦਾ ਰਹਿੰਦਾ ਸੀ। ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸੁਣੀ ਹੋਈ ਸੀ। ਹੁਣ ਸ੍ਰੀ ਗੁਰੂ ਅਮਰਦਾਸ ਜੀ ਦੀ ਕੀਰਤੀ ਹਰ ਪਾਸੇ ਫੈਲੀ ਹੋਈ ਸੀ। ਅਕਬਰ ਬਾਦਸ਼ਾਹ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਹਾਜ਼ਰ ਹੋਇਆ। ਬਾਦਸ਼ਾਹ ਦੇ ਲਾਓ ਲਸ਼ਕਰ ਦੇ ਠਹਿਰਾਓ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਨੇ ਬੜੀ ਯੋਗਤਾ ਨਾਲ ਕੀਤਾ। ਬਾਦਸ਼ਾਹ ਬਾਬਾ ਜੀ ਦੇ ਪ੍ਰਬੰਧ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ। ਬਾਬਾ ਬੁੱਢਾ ਜੀ ਨੇ ਬਾਦਸ਼ਾਹ ਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਮਰਿਆਦਾ ਦੱਸੀ ਕਿ ਦਰਸ਼ਨ ਕਰਨ ਆਇਆ ਹਰ ਇਸਤਰੀ ਪੁਰਸ਼ ਪਹਿਲੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ, ਫਿਰ ਉਸ ਨੂੰ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ। ਬਾਦਸ਼ਾਹ ਨੇ ਸਤਿਗੁਰੂ ਜੀ ਦੀ ਇਸ ਮਰਿਆਦਾ ਦਾ ਬੜੀ ਪ੍ਰਸੰਨਤਾ ਨਾਲ ਪਾਲਨ ਕੀਤਾ ਤੇ ਆਪਣੇ ਵਜ਼ੀਰਾਂ ਤੇ ਮੁਸਾਹਿਬਾਂ ਸਮੇਤ ਲੰਗਰ ਵਿੱਚ ਬੈਠ ਕੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ। ਫਿਰ ਬਾਦਸ਼ਾਹ ਨੇ ਬਾਬਾ ਜੀ ਨਾਲ ਬਚਨ ਕੀਤੇ ਤੇ ਗੁਰੂ ਘਰ ਦੀ ਸਾਰੀ ਮਰਿਆਦਾ ਪੁੱਛੀ। ਬਾਬਾ ਜੀ ਨੇ ਬੜੇ ਸੁੰਦਰ ਢੰਗ ਨਾਲ ਬਾਦਸ਼ਾਹ ਨਾਲ ਗੱਲਬਾਤ ਕੀਤੀ ਤੇ ਗੁਰੂ ਘਰ ਬਾਰੇ ਸਾਰੀ ਜਾਣਕਾਰੀ ਦਿੱਤੀ। ਬਾਦਸ਼ਾਹ ਦੇ ਹਰ ਸਵਾਲ ਦਾ ਜਵਾਬ ਬੜੀ ਸਿਆਣਪ ਨਾਲ ਦਿੱਤਾ ਗਿਆ। ਬਾਦਸ਼ਾਹ ਬਾਬਾ ਜੀ ਦੀ ਸਿਆਣਪ ਤੋਂ ਬੜਾ ਪ੍ਰਭਾਵਿਤ ਹੋਇਆ। ਫਿਰ ਬਾਬਾ ਜੀ ਬਾਦਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਬੜੇ ਪਿਆਰ ਨਾਲ ਲੈ ਕੇ ਹਾਜ਼ਰ ਹੋਏ। ਬਾਦਸ਼ਾਹ ਨੇ ਸਤਿਗੁਰੂ ਜੀ ਦੇ ਅੱਗੇ ਪ੍ਰਸ਼ਾਦ ਤੇ ਮੋਹਰਾਂ ਭੇਟ ਕੀਤੀਆਂ। ਦਰਸ਼ਨ ਕਰਕੇ ਤੇ ਸਤਿਗੁਰੂ ਜੀ ਦੇ ਉਪਦੇਸ਼ ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ। ਬਾਦਸ਼ਾਹ ਤੇ ਗੁਰੂ ਘਰ ਦੀ ਸਾਰੀ ਮਰਿਆਦਾ ਤੇ ਹਰ ਪ੍ਰਾਣੀ ਮਾਤਰ ਲਈ ਖੁੱਲ੍ਹ ਲੰਗਰ ਦਾ ਪ੍ਰਬੰਧ ਵੇਖ ਕੇ ਬੜਾ ਚੰਗਾ ਅਸਰ ਹੋਇਆ। ਬਾਦਸ਼ਾਹ ਨੇ ਖੁਸ਼ ਹੋ ਕੇ ਸਤਿਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਝਬਾਲ ਦੇ ਪਰਗਣ ਦੇ 84 ਪਿੰਡਾਂ ਦੀ ਜਗੀਰ ਦਾ ਪਟਾ ਲਿਖ ਕੇ ਦਿੱਤਾ। ਬਾਦਸ਼ਾਹ ਸਦਾ ਗੁਰੂ ਘਰ ਦਾ ਸਤਿਕਾਰ ਤੇ ਮਾਣਤਾ ਕਰਦਾ ਰਿਹਾ। ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ, ਭਾਈ ਪਾਰੋ ਜੀ ਤੇ ਹੋਰ ਮੁਖੀ ਸਿੱਖਾਂ ਨਾਲ ਵਿਚਾਰ ਕੀਤੀ ਕਿ ਸੰਗਤਾਂ ਦੇ ਇਸ਼ਨਾਨ ਆਦਿ ਵਾਸਤੇ ਅਸੀਂ ਇੱਥੇ ਇੱਕ ਬਾਉਲੀ ਰਚਨਾ ਚਾਹੁੰਦੇ ਹਾਂ। ਇਸ ਲਈ ਸਭ ਸੰਗਤਾਂ ਵੱਲ ਹੁਕਮਨਾਮੇ ਭੇਜ ਦਿਓ ਕਿ ਇਸ ਆਉਣ ਵਾਲੀ ਕੱਤਕ ਪੂਰਨਮਾਸ਼ੀ ਸਮੇਂ ਸਭ ਸੰਗਤਾਂ ਗੋਇੰਦਵਾਲ ਪੁੱਜ ਜਾਣ। ਭਾਈ ਪਾਰੋ ਜੀ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਹੁਕਮਨਾਮੇ ਲਿਖ ਕੇ ਸਭ ਸੰਗਤਾਂ ਨੂੰ ਦੇਸਾਂ ਪ੍ਰਦੇਸਾਂ ਵਿੱਚ ਭੇਜ ਦਿੱਤੇ। ਬੇਅੰਤ ਸੰਗਤਾਂ ਇਸ ਸਮੇਂ ਗੋਇੰਦਵਾਲ ਪਹੁੰਚ ਗਈਆਂ। ਸੰਗਤਾਂ ਅਤੇ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਬਾਉਲੀ ਬਣਾਉਣ ਵਾਲੀ ਜਗ੍ਹਾ 'ਤੇ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਰਾਧਨਾ ਤੇ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੇ ਪਵਿੱਤਰ ਹੱਥਾਂ ਤੋਂ ਬਾਉਲੀ ਦਾ ਟੱਕ ਲਵਾਇਆ ਗਿਆ ਤੇ ਬਾਉਲੀ ਦੀ ਖੁਦਾਈ ਦੀ ਸੇਵਾ ਆਰੰਭ ਹੋ ਗਈ। ਇਸ ਸੇਵਾ ਦੀ ਸਾਰੀ ਦੇਖਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਬਾਬਾ ਜੀ ਦੀ ਨਿਗਰਾਨੀ ਹੇਠ ਬੇਅੰਤ ਸਿੱਖ ਸੰਗਤਾਂ ਬਾਉਲੀ ਸਾਹਿਬ ਦੀ ਸੇਵਾ ਕਰਨ ਲੱਗੀਆਂ। ਬਾਬਾ ਜੀ ਆਪ ਵੀ ਮਿੱਟੀ ਦੀਆਂ ਟੋਕਰੀਆਂ ਢੋਂਦੇ। ਭਾਈ ਜੇਠਾ ਜੀ ਬੜੇ ਪ੍ਰੇਮ ਤੇ ਸ਼ਰਧਾ ਨਾਲ ਬਾਉਲੀ ਦੀ ਸੇਵਾ ਕਰਨ ਵਿੱਚ ਲੱਗੇ ਰਹਿੰਦੇ। ਕੁਝ ਸਮੇਂ ਪਿੱਛੋਂ ਬਾਉਲੀ ਤਿਆਰ ਹੋ ਗਈ। ਇਸ ਸਮੇਂ ਸਤਿਗੁਰੂ ਜੀ ਨੇ ਬਾਉਲੀ ਦੀ ਚੱਟ ਕਰਨ ਲਈ ਇੱਕ ਬੜਾ ਭਾਰੀ ਯੱਗ ਕੀਤਾ। ਸਿੱਖ ਪੰਥ ਦਾ ਇਹ ਸਭ ਤੋਂ ਪਹਿਲਾ ਤੀਰਥ ਸ੍ਰੀ ਗੁਰੂ ਅਮਰਦਾਸ ਜੀ ਨੇ ਰਚਿਆ ਤੇ ਇਹ ਬਚਨ ਕੀਤੇ ਕਿ ਜਿਹੜਾ ਪੁਰਸ਼ ਇਸ ਬਾਉਲੀ ਦੀਆਂ 84 ਪੌੜੀਆਂ 'ਤੇ ਬੈਠ ਕੇ 84 ਵਾਰ ਇਸ਼ਨਾਨ ਤੇ ਸ੍ਰੀ ਜਪਜੀ ਸਾਹਿਬ ਦੇ 84 ਪਾਠ ਕਰੇਗਾ, ਉਸ ਦੀ 84 ਦੀ ਜੂਨ ਕੱਟੀ ਜਾਏਗੀ। ਸਤਿਗੁਰੂ ਜੀ ਦੇ ਇਸ ਹੁਕਮ ਅਨੁਸਾਰ ਅਨੇਕਾਂ ਸਿੱਖ ਇਸ਼ਨਾਨ ਤੇ ਪਾਠ ਕਰਕੇ ਮੁਕਤੀ ਪ੍ਰਾਪਤ ਕਰਦੇ ਹਨ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਸਨ 1575 ਬਿਕਰਮੀ ਨੂੰ ਸੱਚਖੰਡ ਸਮਾਧਾਂ 'ਤੇ ਆ ਕੇ ਭਾਈ ਬਾਲਾ ਸੰਧੂ ਨੂੰ ਨਾਲ ਲੈ ਕੇ ਸ੍ਰੀ ਬੁੱਢਾ ਸਾਹਿਬ ਜੀ ਨੂੰ ਮਿਲੇ ਤਾਂ ਉਸ ਸਮੇਂ ਬਾਬਾ ਜੀ ਨੂੰ ਆਪਣੇ ਨਾਲ ਲੈ ਕੇ ਸੱਚਖੰਡ ਤੋਂ ਸੈਲ ਕਰਨ ਲਈ ਆਏ। ਜਿੱਥੇ ਹੁਣ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਹੈ, ਇਸ ਜਗ੍ਹਾ
गुरु जी पद्मासन ला के बैठ गए और बाबा जी के पास ही बैठे रहे। कुछ काल मगरों गुरु जी ने नेत्र खोले तो बाबा बुढ़ा जी ने पूछा, सतगुरो आपने इस जगह नाल वड्डा प्यार किया है, इसका की कारण है? श्री गुरु नानक देव जी ने बचन किया, हे पुत्र, इस जगह विच असी 36 जुग वाहिगुरु का सिमरन किया सी अते ये जगह भी कुछ दिनों बाद रौनक वाली हो जाएगी। तुसी इत्थे एक पिंड अपने पुत्र के नाम तो आबाद करोगे ते दूजा पिंड अपने पड़ोतरे के नाम ते आबाद करोगे, पर इस स्थान उत्ते सुंदर शहर बसाओगे। इस तरह के बचन करते हुए सचखंड पुजे। ये बख्शिश पहला ही बाबा जी नूं श्री गुरु नानक देव जी कर चुके सन। इस तरह के बचन करते हुए सचखंड पुजे। ये बख्शिश पहला ही बाबा जी नूं श्री गुरु नानक देव जी कर चुके सन, जो बाबा जी ने अपने पुत्र के जन्म समय सन 1593 बिक्रमी नूं सतगुरु नानक जी नूं सद के पुत्र का नाम भाणा रखवाया अते गुरु जी ने भाणे दे हथ कही नूं लवा के टक लगाया ते नगर का नाम भाणा तलवंडी रखिया। जदों बाबे बुढ़े जी के घर पड़ोतरा होया तां संमत 1637 अस्सू 18 बिक्रमी नूं बाबा जी ने अपने पड़ोतरे का नाम रखना सी। इन्हीं दिनी सतगुरु चोजी अपने रंग विच सैरां करदे फिरदे ते सृष्टि नूं तारदे जी दान बख्शदे बाबा जी के टिकाणे आ गए। अगे रस्ते वल बाबा बुढ़ा जी तक रहे सन। बाबा जी घर के सारे परिवार सने ते होर सिखां नूं नाल लै के खुशी के शब्द पढ़ के अगे हो के गुरु जी नूं लैण गए। बाबा बुढ़ा जी अते सब परिवार अते सिखां ने गुरु जी की चरनी मत्था टेकिया। खुशी के शब्द गाउंदे जिथे हुण गुरुद्वारा है उत्थे पुजे अते गुरु जी की तनों मनों बिरध पुत्रां ने सेवा की। गुरु जी ने प्रसाद छक के कुछ आराम किया, फिर तीजे पहर दीवान लगाया। बाबा जी ने बालक नूं रुमाल विच लपेट के भेट लैके मत्था गुरु जी के चरनी टिकाया ते नाल ही बेनती की कि गुरु जी बालक का नाम रखो। गुरु जी ने बचन किया, बाबा जी ये बालक तुहाडे घर का झंडा है, तुहाडे घर झंडा झुलाएगा अते वड्डे तेज प्रताप वाला होवेगा, जिसनों हिंदू मुसलमान चंगी दृष्टि नाल देखणगे। राज दरबार विच इस दी कदर होवेगी अते इस दी बंस नूं राजे महाराजे अपनियां पुत्रियां दे डोले सहित आदर देणगे अते ये एक शहर आबाद करके बहुत पिंडां दा मालक होवेगा। चौथे पातशाह ने भाई झंडे बारे ये वाक उचारे कि भाई झंडे दा जन्म मरण सब कटिया जाएगा, सारे राजयोग की ताकत उसदे पास होवेगी, परमेश्वर का नाम जपण वाला होवेगा ते कई पिंडां दा यह मालक होवेगा ते गरीबां दे दुख दूर करया करेगा। इस तरह के वाक श्री गुरु रामदास जी ने उचारे। ऐदा बाबा जी ने श्री गुरु नानक देव जी के वाक याद करा के आख्या, हे सतगुरो, भाणा तलवंडी निक्का जिहा पिंड है, तुसी मेरे पड़ोतरे की खुशी विच हुण शहर की बुनियाद रखो। तां गुरु जी ने बाबा बुढ़ा जी पासों मिठाई मंगवा के काका झंडा जी नूं अपनी गोद लैके प्यार किया। फिर गुरु जी ने टक ला के इट रखी ते नाम झंडा रामदासपुर धरिया। पुराने कागज़ां विच इसका नाम जिला झंडा रामदासपुर लिखिया होया है। अजकल बदल के कोई झंडा रामदास आखदे हन, कोई रामदास ही आखदे हन। सो संगतां नूं बेनती है कि इस साखी नूं सुन के पहला नाम झंडा रामदासपुर ही बोलण दी किरपालता करनी जी। बाबा जी ने गुरु साहिबां लई एक कीमती पालकी तैयार करवाई ते होर अति उत्तम पोशाकां ते बस्तर परिवार सने भेटा सहित गुरु जी की भेंट कीते।
ਗੁਰੂ ਜੀ ਦੀ ਬਾਬਾ ਬੁੱਢਾ ਜੀ ਉੱਤੇ ਬਹੁਤ ਖੁਸ਼ੀ ਹੋਈ ਤੇ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਚਰਨੀ ਸਹਿਤ ਪਰਿਵਾਰ ਦੇ ਮੱਥਾ ਟੇਕਿਆ। ਵਿਦਾ ਕਰਨ ਲਈ ਧੁਰ ਤੱਕ ਨਾਲ ਭਾਈ ਭਾਨਾ ਜੀ ਤੇ ਭਿਖਾਰੀ ਸੁਧਾਰੀ ਵੀ ਭੇਜੇ। ਆਪ ਜੀ ਨੇ ਕੁਝ ਦੂਰ ਤੱਕ ਜਾ ਕੇ ਮੁੜਨ ਦੀ ਗੁਰੂ ਜੀ ਤੋਂ ਆਗਿਆ ਲਈ। ਫਿਰ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮਚੰਦ ਜੀ ਤੇ ਤਿੰਨਾਂ ਦੀ ਸੁਪਤਨੀ ਜੀ ਨੂੰ ਭੇਟਾ ਬਸਤਰ ਦੇ ਕੇ ਸਹਿਤ ਆਦਰ ਦੇ ਕੇ ਵਿਦਾ ਕੀਤਾ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਜੀ ਨੂੰ ਭੇਟਾਵਾਂ ਦਿੱਤੀਆਂ ਅਤੇ ਉਹਨਾਂ ਦੀ ਪੂਜਾ ਕੀਤੀ। ਹੋਰ ਸਿੱਖਾਂ ਦਾ ਵੀ ਬਾਬਾ ਬੁੱਢਾ ਜੀ ਨੇ ਆਦਰ ਤੇ ਸਨਮਾਨ ਕੀਤਾ ਤੇ ਵਿਦਾ ਕੀਤਾ। ਹੁਣ ਬਾਬਾ ਜੀ ਘਰ ਖੇਤੀ ਕਰਨ ਲੱਗੇ ਅਤੇ ਨਾਲੇ ਸ਼ਹਿਰ ਦੀ ਆਬਾਦੀ ਕਰਾਉਣ ਲੱਗੇ। ਉਸ ਸਮੇਂ ਬਾਬਾ ਜੀ ਪਾਸ 5-7 ਸਿੱਖ ਬੈਠੇ ਸੀ। ਤਿੰਨਾਂ ਪਾਸ ਬਾਬਾ ਜੀ ਨੇ ਬਚਨ ਕੀਤਾ ਕਿ ਹੁਣ ਸ਼ਹਿਰ ਦੀ ਤਜਵੀਜ਼ ਕਰ ਦਈਏ। ਜਦੋਂ ਕਾਕਾ ਝੰਡਾ ਜਵਾਨ ਹੋ ਜਾਏਗਾ ਆਪੇ ਵਾਅਦਾ ਕਰ ਲਵੇਗਾ। ਤਾਂ ਇੱਕ ਸਿੱਖ ਨੇ ਆਖਿਆ, ਸ਼ਹਿਰ ਦੇ ਦਰਵਾਜ਼ਿਆਂ ਦੇ ਨਾਮ ਕੀ ਰੱਖੋਗੇ? ਬਾਬਾ ਬੁੱਢਾ ਜੀ ਨੇ ਦੱਸਿਆ, ਜਿਸ ਪਾਸੇ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਨ ਜਾਂਦੇ ਹਾਂ ਉਸ ਪਾਸੇ ਦੇ ਦਰਵਾਜ਼ੇ ਦਾ ਨਾਮ ਦਰਸ਼ਨੀ ਦਰਵਾਜ਼ਾ ਹੋਵੇਗਾ ਅਤੇ ਦੂਜਾ ਮਾਝੇ ਦੇ ਨਾਮ ਤੋਂ ਮਾਝੇ ਵਾਲਾ, ਤੀਜਾ ਬਹਾਲੇ ਜਾਤ ਦੇ ਜ਼ਿਮੀਂਦਾਰਾਂ ਦੀ ਵੱਲ ਬਹਾਲੇ ਵਾਲਾ, ਚੌਥਾ ਕੱਦ ਖੱਤਰੀਆਂ ਨੂੰ ਵਸਾ ਕੇ ਤਿੰਨਾਂ ਦੀ ਤਰਫ ਦਾ ਕੱਦਾਂ ਵਾਲਾ, ਚੁਫੇਰੇ ਕਿਲੇ ਦੀ ਕੰਧ ਵਿਚਕਾਰ ਸਰਬ ਜਾਤੀ ਵਸਾਈ ਜਾਵੇਗੀ। ਸੋ ਹੁਣ ਝੰਡਾ ਰਾਮਦਾਸਪੁਰੇ ਵਿੱਚ ਕਈ ਪ੍ਰਕਾਰ ਦੀਆਂ ਜਾਤਾਂ ਵੱਸਦੀਆਂ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।